ਸੰਗਤ ਜੀਓ ਆਪ ਜੀ ਵਡਭਾਗੇ ਹੋ। ਸਹਿਬਾਂ ਦੀ ਗੋਦ ਆਪ ਜੀ ਨੂੰ ਪ੍ਰਾਪਤ ਹੋ ਰਹੀ ਹੈ। ਮਾਲਕ ਨੇ ਕਿਰਪਾ ਰਹਿਮਤ ਵਰਤਾਈ ਹੈ। ਸੰਧਿਆ ਕੇ ਦੀਵਾਨਾ ਅੰਦਰ ਆਪ ਜੀ ਜੁੜ ਬੈਠੇ ਹੋ ਗੁਰ ਇਤਿਹਾਸ ਦੀ ਕਥਾ ਸਰਵਨ ਕਰਨ ਵਾਸਤੇ। ਧੰਨ ਗੁਰੂ ਨਾਨਕ ਸਿੰਘ ਜੀ ਮਹਾਰਾਜ ਜੀ ਦਾ ਪਾਵਨ ਪਵਿੱਤਰ ਆਪ ਜੀ ਗੁਰ ਇਤਿਹਾਸ ਸਰਵਨ ਕਰਦੇ ਆ ਰਹੇ ਹੋ। ਧੰਨ ਗੁਰੂ ਨਾਨਕ ਸਿੰਘ ਜੀ ਰੋਮ ਦੇਸ਼ ਦੇ ਵਿੱਚ ਪੁੱਜਣਾ ਕਰਦੇ ਹਨ। ਇੱਥੇ ਵੀ ਇੱਕ ਬਾਦਸ਼ਾਹ ਹੈ ਜੋ ਕਾਰੂ ਬਾਦਸ਼ਾਹ ਵਰਗਾ ਹੈ, ਜਿਸ ਨੂੰ ਕੰਜੂਸ ਬਾਦਸ਼ਾਹ ਜਿਹੜਾ ਸੀ ਕਿਹਾ ਜਾਂਦਾ ਸੀ। ਇਹ ਬਾਦਸ਼ਾਹ ਆਪਣੀ ਪ੍ਰਜਾ ਨੂੰ ਬੜਾ ਦੁੱਖ ਦੇ ਰਿਹਾ ਹੈ। ਮਾਲਕ ਬਾਹਰ ਕਿਲੇ ਦੇ ਬੈਠੇ ਹੋਏ ਹਨ ਦਰਵਾਜ਼ੇ ਦੇ, ਇਹਦੇ ਦਰਵਾਜ਼ਿਆਂ ਨੂੰ ਜਿਹੜੇ ਹਨ ਪੁੱਛਦੇ ਹਨ ਤੇ ਉਹ ਸਾਰੀ ਗੱਲਬਾਤ ਦੱਸਦੇ ਹਨ। ਕਿਸ ਤਰ੍ਹਾਂ ਇਹਨੇ ਕਬਰਾਂ ਦੇ ਵਿੱਚੋਂ ਵੀ ਜਿਹੜੇ ਸਨ ਉਹ ਮਰੇ ਹੋਏ ਬੰਦਿਆਂ ਦੇ ਕੰਗਾਲ ਜਿਹੜੇ ਸਨ ਫੋਲੇ ਤੇ ਉੱਥੋਂ ਜਿੱਥੋਂ ਕਿਤੋਂ ਵੀ ਪੈਸਾ ਮਿਲਿਆ ਇਹਨੇ ਜਿਹੜਾ ਹੈ ਉਹ ਪੈਸਾ ਜਿਹੜਾ ਹੈ ਉੱਥੋਂ ਕਢਾਇਆ। ਜਦੋਂ ਇੰਨੇ ਬਚਨ ਹੋਣ ਧੰਨ ਗੁਰੂ ਨਾਨਕ ਸਿੰਘ ਜੀ ਮਹਾਰਾਜ ਜੀ ਨੂੰ ਇਹਨਾਂ ਦਰਵਾਜ਼ਿਆਂ ਨੇ ਦੱਸਣੇ ਕੀਤੇ ਹਨ ਕਿ ਕਿਸ ਤਰ੍ਹਾਂ ਇਹਨੇ ਜਿਹੜੇ ਨੇ ਉਹ ਆਪਣੇ ਭਰਾ ਹਰੂ ਦੇ ਨਾਲੋਂ ਵੀ 40 ਗੰਜ ਤੋਂ 45 ਗੰਜ ਜਿਹੜੇ ਸਨ ਉਹ ਪੈਸਾ ਜਮ੍ਹਾਂ ਕਰਦੇ ਆ, ਪਰ ਹਜੇ ਵੀ ਇਹ ਜਿਹੜੀ ਤ੍ਰਿਸ਼ਨਾ ਹੈ ਉਹ ਜਿਹੜੀ ਹੈ ਖਤਮ ਨਹੀਂ ਹੋਈ। ਹੁਣ ਧੰਨ ਗੁਰੂ ਨਾਨਕ ਸਿੰਘ ਜੀ ਮਹਾਰਾਜ ਇਹਨਾਂ ਦਰਵਾਜ਼ਿਆਂ ਨੂੰ ਕੁਝ ਬਚਨ ਕਹਿ ਰਹੇ ਨੇ ਕਿ ਜਾਓ ਆਪਣਾ ਜਿਹੜਾ ਤੁਹਾਡਾ ਬਾਦਸ਼ਾਹ ਹੈ ਉਹਨੂੰ ਇਸ ਤਰ੍ਹਾਂ ਜਿਹੜਾ ਹੈ ਉਹ ਕਹਿਣਾ ਕਰੋ। ਨਾਲ ਹੀ ਮੇਰੇ ਮਾਲਕ ਉਸ ਕਾਰੂ ਬਾਦਸ਼ਾਹ ਜੀ ਦੇ ਪਰਖਾਏ ਇਸ ਤਰ੍ਹਾਂ ਵੀ ਕਹਿ ਰਹੇ ਨੇ ਕਿ ਇਹ ਜਿਹੜਾ ਹੈ ਨਰਕਾਂ ਦਾ ਭਾਗੀ ਬਣੇਗਾ। ਇਹੋ ਜਿਹੇ ਮਾੜੇ ਕਰਮ ਜਿਹੜੇ ਨੇ ਉਹ ਜਗਤ ਦੇ ਉੱਤੇ ਰਹਿ ਕੇ ਜਿਹੜਾ ਹੈ ਉਹ ਕਰਦਾ ਹੈ। ਤ੍ਰਿਗ ਜੀਵਨ ਇਹ ਕੋ ਜਗ ਮਾਹੀ, ਇਹ ਥਾਂ ਅਪਜਸ ਮਰ ਦੁਖ ਪਾਈ। ਸੰਸਾਰ ਦੇ ਉੱਤੇ ਇਹੋ ਜਿਹਾ ਮਨੁੱਖ ਜਿਹੜਾ ਹੈ ਉਹਦਾ ਜੀਵਨ ਧਰਗ ਮੰਨਿਆ ਗਿਆ, ਉਹਦੇ ਜੀਵਨ ਨੂੰ ਫਿਟਕਾਰਾਂ ਹੈ ਤੇ ਉਹ ਮਨੁੱਖ ਜਿਹੜਾ ਹੈ ਉਹ ਦੁੱਖ ਪਾਉਂਦਾ ਹੈ ਜੀ। ਆਓ ਅੱਗੇ ਕਿਸ ਤਰ੍ਹਾਂ ਪ੍ਰਸੰਗ ਚੱਲਦਾ ਪਿਆ ਹੈ, ਦਿਓ ਅਸੀਸ। ਵਿਚਾਰਨ ਪਰਮ ਤਤ ਪਹਿਲਾਂ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਫਿਰ ਕਰੋ ਕਿਰਪਾ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਤ੍ਰਿਗ ਜੀਵਨ ਇਹ ਕੋ ਜਗ ਮਾਹੀ, ਉਹਦਾ ਸੰਸਾਰ ਦੇ ਉੱਤੇ ਆਇਆ ਇੱਕ ਫਿਟਕਾਰ ਰੂਪ ਹੈ ਜੀ। ਹੇਠਾਂ ਅਪਜਸ ਮਰ ਦੁਖ ਪਾਹੀ, ਇੱਥੇ ਹੀ ਇਹ ਮਰ ਮੁੱਕ ਜਾਵੇਗਾ ਤੇ ਬੜਾ ਦੁੱਖ ਪ੍ਰਾਪਤ ਕਰੇਗਾ। ਪਰਵਤਗਾਰ ਜਹਾਂ ਦਰਗਾਹ, ਤੇ ਜਿੱਥੇ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੀ ਦਰਗਾਹ ਦੇ ਅੰਦਰ ਵਿਸਾਲ ਖਤਾਵੰਤ ਤਾਹਾ, ਉੱਥੇ ਵੀ ਖੁਦਾ ਦੀ ਦਰਗਾਹ ਦੇ ਅੰਦਰ ਬੜਾ ਵੱਡਾ ਖਤਾਵੰਦ ਜਿਹੜਾ ਹੈ ਐਲਾਨਿਆ ਜਾਵੇਗਾ। ਭਾਵ ਉੱਥੇ ਵੀ ਇਹ ਪਾਪੀ ਜਿਹੜਾ ਹੈ ਐਲਾਨਿਆ ਜਾਵੇਗਾ ਜੀ। ਜਬ ਹੋਵੇਗੋ ਕਸ਼ਟ ਮਹਾਨਾ, ਜਦੋਂ ਇਹਨੂੰ ਬੜਾ ਉੱਥੇ ਕਸ਼ਟ ਜਿਹੜਾ ਮਿਲੇਗਾ ਜੀ। ਤਬ ਪਛਤਾਏ ਨੀਜ ਹੈ ਪਾਨਾ, ਤੇ ਉਦੋਂ ਫਿਰ ਇਹਨੂੰ ਬੜਾ ਪਛਤਾਵਾ ਲੱਗੇਗਾ। ਉਹ ਕਹਿੰਦੇ ਨਾ ਕਿ ਜਬ ਤਬ ਪਛਤਾਏ ਕੈ ਫਾਇਦਾ, ਜਬ ਚਿੜੀਆ ਚੁਗ ਗਈ ਖੇਤ। ਹੁਣ ਦਾਣਿਆਂ ਦੀ ਸੰਭਾਲ ਦੇ ਲਈ ਜਿਹੜਾ ਸੀ ਬਹਿਣਾ ਸੀ ਕਿ ਪੰਛੀ ਦਾਣੇ ਚੁਗ ਜਾਣ, ਪਰ ਜਦੋਂ ਸਮਾਂ ਲੰਘ ਗਿਆ ਤੇ ਉਦੋਂ ਪਛਤਾਵੇ ਮਨੁੱਖ ਕਿ ਇਹ ਬਣਿਆ ਕਿ ਮੇਰੇ ਦਾਣੇ ਫਸਲ ਜਿਹੜੀ ਚੰਗੀ ਭਲੀ ਖਰਾਬ ਕਰ ਦਿੱਤੀ ਪੰਛੀਆਂ ਨੇ। ਉੱਥੇ ਦਾਨਾ ਪੁਰਸ਼ਾਂ ਨੇ ਇਹ ਮੁਹਾਵਰਾ ਘੜਿਆ, ਤਬ ਪਛਤਾਏ ਕਿਆ ਫਾਇਦਾ ਜਬ ਚਿੜੀਆ ਚੁਗ ਗਈ ਖੇਤ। ਭਾਵ ਕਿ ਜਦੋਂ ਸਮਾਂ ਲੰਘ ਜਾਏ ਕੁਝ ਚੰਗਾ ਕਰਨ ਦਾ ਪਰ ਕੀਤਾ ਨਾ ਹੋਵੇ, ਲੰਘਿਆ ਸਮਾਂ ਫਿਰ ਕਦੀ ਹੱਥ ਨਹੀਂ ਆਉਂਦਾ ਗੁਰੂ ਕੀ ਸੰਗਤ ਜੀ, ਉਦੋਂ ਫਿਰ ਜਿਹੜਾ ਹੈ ਪੱਲੇ ਪਛਤਾਵਾ ਹੀ ਰਹਿ ਜਾਂਦਾ।
ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਇਹਨਾਂ ਦਰਵਾਂਚੀਆਂ ਨੂੰ ਇਹ ਸਮਝਾ ਰਹੇ ਨੇ ਕਿ ਜੇ ਤੁਹਾਡਾ ਬਾਦਸ਼ਾਹ ਹੈ ਉਹ ਬੜੇ ਮਾੜੇ ਕਰਮ ਕਰਦਾ ਹੈ, ਉਹ ਪਰਾਇਆ ਹੱਕ ਖਾਂਦਾ ਹੈ, ਧਨ ਲੁੱਟਦਾ ਹੈ, ਕਬਰਾਂ ਤੱਕ ਵੀ ਉਹਨੇ ਨਹੀਂ ਛੱਡੀਆਂ, ਉਹਨੂੰ ਜਿਹੜਾ ਹੈ ਮਾਲਕ ਦੇ ਘਰ ਦੇ ਵਿੱਚ ਵੀ ਜਗ੍ਹਾ ਨਹੀਂ ਮਿਲੇਗੀ। ਜੋ ਹੋਵੇ ਕੋ ਕਸ਼ਟ ਮਹਾਨਾ ਤਬ ਪਛਤਾਏ ਨੀਚ ਹੈ ਪਾਨਾ। ਉਦੋਂ ਬਸ ਹੱਥ ਮਲਦਾ ਹੀ ਰਹਿ ਜਾਵੇਗਾ, ਪੱਲੇ ਕੁਝ ਨਹੀਂ ਪਵੇਗਾ ਜੀ। ਉਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਨਾ ਉਹਨਾਂ ਦਰਵਾਂਚੀਆਂ ਨੂੰ ਇਸ ਤਰ੍ਹਾਂ ਕਿਹਾ, ਕਹਿਣ ਲੱਗੇ ਹੇ ਦਰਵਾਂਚੀਓ, ਤੁਸੀਂ ਮੇਰੀ ਹੁਣ ਇੱਕ ਗੱਲ ਜਿਹੜੀ ਹੈ ਸੁਣੋ। ਆਹ ਜਿਹੜਾ ਮੇਰਾ ਸੁਨੇਹਾ ਹੈ ਨਾ ਆਪਣੇ ਬਾਦਸ਼ਾਹ ਤੱਕ ਜਿਹੜਾ ਹੈ ਪਹੁੰਚਾਉਣਾ ਕਰੋ ਜੀ। ਉਹ ਕੀ ਸੁਨੇਹਾ ਹੈ ਮੈਂ ਤੁਹਾਨੂੰ ਦੱਸਦਾ ਹਾਂ। ਆਪਣੇ ਕਾਬੂ ਬਾਦਸ਼ਾਹ ਨੂੰ ਜਿਸ ਤਰ੍ਹਾਂ ਮੈਂ ਕਹਿਣਾ ਹਾਂ ਨਾ ਤੁਹਾਨੂੰ, ਇਸ ਤਰ੍ਹਾਂ ਜਾ ਕੇ ਉਹਨੂੰ ਜਿਹੜਾ ਹੈ ਕਹਿਣਾ ਕਰੋ ਜੀ। ਇੱਕ ਫਕੀਰ ਤੁਮਰੇ ਦਰ ਆਇਓ, ਉਹਨੂੰ ਕਹਿਓ ਜਾ ਕੇ ਐ ਬਾਦਸ਼ਾਹ ਤੇਰੇ ਰਾਜ ਭਾਗ ਦੇ ਅੰਦਰ ਇੱਕ ਫਕੀਰ ਆਇਆ ਹੈ, ਮੁਲਾਕਾਤ ਕਰਕੇ ਫਰਮਾਇਓ। ਉਹ ਤੇਰੇ ਦੇ ਨਾਲ ਮੁਲਾਕਾਤ ਕਰਨੀ ਚਾਹੁੰਦਾ, ਉਹ ਤੈਨੂੰ ਜਿਹੜਾ ਹੈ ਮਿਲਣਾ ਚਾਹੁੰਦਾ ਹੈ ਜੀ। ਤੇ ਉਹਨੂੰ ਜਿਹੜਾ ਹੈ ਨਾ ਤੇਰੇ ਕੋਲੋਂ ਕੋਈ ਚੀਜ਼ ਚਾਹੀਦੀ ਨਹੀਂ ਹੈ, ਕਿਉਂਕਿ ਰਾਜਾ ਕੰਜੂਸ ਸੀ ਤੇ ਹਮੇਸ਼ਾ ਹੀ ਉਹਨੇ ਜਿਹੜਾ ਹੈ ਖੋਣਾ ਸਿੱਖਿਆ ਹੈ, ਲੈਣਾ ਸਿੱਖਿਆ ਹੈ, ਪਰ ਕਿਸੇ ਨੂੰ ਉਹਦਾ ਦੇਣ ਦਾ ਕੋਈ ਹੀਲਾ ਅੱਜ ਤੱਕ ਨਹੀਂ ਪਿਆ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਇਹਦੀਆਂ ਬਿਰਤੀਆਂ ਜਾਣ ਲਈਆਂ ਸਨ ਦਰਵਾਂਚੀਆਂ ਦੇ ਮੁਖਾਰਬਿੰਦ ਤੋਂ, ਇਸ ਕਰਕੇ ਨਾਲ ਇਹ ਹੌਸਲਾ ਵੀ ਦਿੱਤਾ ਹੈ ਕਿ ਜਦੋਂ ਬਾਦਸ਼ਾਹ ਜੀ ਨੂੰ ਤੁਸੀਂ ਜਾ ਕੇ ਕਹਿਣਾ ਹੈ ਕਿ ਫਕੀਰ ਤੁਹਾਨੂੰ ਮਿਲਣਾ ਚਾਹੁੰਦਾ ਹੈ, ਸਾਧੂ ਤੁਹਾਨੂੰ ਮਿਲਣਾ ਚਾਹੁੰਦਾ ਹੈ, ਤੇ ਉਹਦੇ ਨਾਲ ਇਹ ਵੀ ਅਲਫਾਜ਼ ਕਹਿਣੇ ਨੇ ਕਿ ਉਸ ਸਾਧੂ ਨੂੰ ਕਿਸੇ ਚੀਜ਼ ਦੀ ਕੋਈ ਲੋੜ ਨਹੀਂ। ਜ਼ਿਆਦਾਤਰ ਫਕੀਰ ਜਿਹੜੇ ਨੇ ਨਾ, ਇਹ ਫਕੀਰ ਲੋਕ ਜਦੋਂ ਕਿਸੇ ਦੇ ਬੂਹੇ 'ਤੇ ਜਾਣ ਉਦੋਂ ਉਹਨਾਂ ਦੇ ਹੱਥ 'ਚ ਟੂਠਾ ਹੁੰਦਾ ਹੈ ਜੋ ਮੰਗਣ ਵਾਲਾ, ਜਿਸ 'ਚ ਖੈਰਾਤ ਪਾਈ ਜਾਂਦੀ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਆਪਾਂ ਇਹਦੇ ਕੋਲ ਕੁਝ ਮੰਗਣ ਨਹੀਂ ਆਏ, ਇਸ ਕਰਕੇ ਉਹਨੂੰ ਨਾਲ ਕਹਿ ਦਿਓ ਕਿ ਉਹ ਫਕੀਰ ਸਿਰਫ ਤੁਹਾਨੂੰ ਮਿਲਣਾ ਚਾਹੁੰਦਾ ਹੈ, ਤੁਹਾਡੇ ਕੋਲ ਮੰਗ ਉਹਦੀ ਕੋਈ ਨਹੀਂ ਹੈ ਜੀ। ਬਸ ਮਿਲਣ ਦੇ ਕੰਮ ਤੋਂ ਇਲਾਵਾ, ਪ੍ਰਯੋਜਨ ਕਹਿੰਦੇ ਨੇ ਕੋਈ ਕੰਮ ਕਰਨਾ ਕਿਸੇ ਪਰਥਾਏ ਆਂਦੇ, ਬਸ ਮਿਲਣ ਤੋਂ ਇਲਾਵਾ ਹੋਰ ਕੋਈ ਉਸ ਫਕੀਰ ਦੀ ਮਨ ਦੀ ਇੱਛਾ ਨਹੀਂ ਹੈ ਜੀ। ਵਹਿਰ ਕਹਿੰਦੇ ਨੇ ਬਾਹਰ ਆਂਦੇ, ਵਹਿਰ ਆਨ ਕੇ ਦਰਸ਼ਨ ਦੀਜੇ। ਉਹਨੂੰ ਕਹੋ ਕਿ ਕਿਲੇ ਦੇ ਵਿੱਚੋਂ ਬਾਹਰ ਨਿਕਲ ਕੇ ਜਿਹੜਾ ਹੈ ਨਾ ਸਾਨੂੰ ਦਰਸ਼ਨ ਦੇਵੇ। ਅਸੀਂ ਉਹਦੇ ਕਿਲੇ ਦੇ ਵਿੱਚ ਨਹੀਂ ਜਾਣਾ, ਆਪਾਂ ਬਾਹਰ ਹੀ ਬੈਠੇ ਹਾਂ, ਇੱਥੇ ਆ ਕੇ ਸਾਡੇ ਨਾਲ ਮਿਲਣਾ ਕਰੇ ਜੀ। ਸੁਨੋ ਬਚਨ ਪੁਨ ਆਪ ਭਨੀਜੈ, ਤੇ ਸੁਨੋ ਬਚਨ, ਉਹ ਸਾਡੇ ਬਚਨ ਜਿਹੜੇ ਨੇ ਸੁਣਨਾ ਕਰੇ ਰਾਜਾ ਆ ਕੇ। ਅੱਗੇ ਕਹਿੰਦੇ ਨੇ ਪੁਨ ਆਪ ਭਤੀਜੈ, ਤੇ ਜਿਹੜੇ ਉਹਦੇ ਅੰਦਰਲੇ ਆਪਣੇ ਮਨ ਦੇ ਜਿਹੜੇ ਸੰਕਲਨ ਹਨ, ਉਹਦੀਆਂ ਆਪਣੀਆਂ ਬਿਰਤੀਆਂ ਹਨ, ਉਹ ਜੋ ਮਨ ਦੇ ਵਿੱਚ ਵਲਵਲੇ ਲੈ ਕੇ ਬੈਠਾ ਹੋਇਆ ਹੈ, ਜੋ ਉਹਦੇ ਮਨ ਦੀਆਂ ਕਹਿ ਲਈਏ ਇੱਛਾਵਾਂ ਹਨ, ਕਾਮਨਾਵਾਂ ਨੇ, ਉਹ ਵੀ ਸਾਡੇ ਨਾਲ ਆ ਕੇ ਸਾਂਝੀਆਂ ਕਰੇ। ਕਹਿਣ ਤੋਂ ਭਾਵ ਕਿਛ ਕਹੀਏ ਕਿਛ ਸੁਣੀਏ ਨਾਨਕ, ਹੇ ਭਾਈ ਕੁਝ ਉਹ ਆਪਣੀਆਂ ਗੱਲਾਂ ਸਾਨੂੰ ਸੁਣਾਵੇ ਆ ਕੇ, ਕੁਝ ਸਾਡੇ ਬਚਨ ਜਿਹੜੇ ਨੇ ਉਹ ਸੁਣ ਲਵੇ। ਤੇ ਜਦੋਂ ਏਦਾਂ ਦੇ ਬਚਨ ਉਹਨਾਂ ਦਰਵਾਂਚੀਆਂ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਸੁਣੇ ਹਨ ਜੀ। ਇਹ ਦਰਬਾਨ ਸੰਤ ਭਲ ਗੁਣ ਕੈ, ਇਹ ਦਰਬਾਨ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਇੱਕ ਭਲਾ ਪੁਰਖ ਜਾਣ ਕਰਕੇ, ਭਲਾ ਫਕੀਰ, ਭਲਾ ਸੰਤ, ਭਲਾ ਬ੍ਰਹਮ ਗਿਆਨੀ ਜਾਣ ਕਰਕੇ ਨਾ, ਕਿ ਸਾਡੇ ਨਗਰ ਦੇ ਵਿੱਚ ਕੋਈ ਚੰਗਾ ਪੁਰਖ ਪਹਿਲੀ ਵਾਰ ਆਇਆ ਜਿਹਨੇ ਸਾਡੇ ਹਿੱਤ ਦੀ ਗੱਲ ਕੀਤੀ ਹੈ। ਇੰਨੇ ਬਚਨ ਜਦੋਂ ਸੁਣੇ ਤੇ ਭਲਾ ਜਾਣ ਕਰਕੇ ਇਹ ਸਾਰੇ ਦਰਬਾਨ ਜੀ ਹੁਣ ਆਪਣੇ ਉਸ ਬਾਦਸ਼ਾਹ ਦੇ ਕੋਲ ਜਿਹੜੇ ਨੇ ਜਾਣ ਲਈ ਤਿਆਰ ਹੋ ਗਏ ਹਨ ਜੀ। ਪਹੁੰਚੇ ਕਾਲ
ਅਗਾਰੀ। ਤੇ ਜਾ ਕਰਕੇ ਬਾਦਸ਼ਾਹ ਸਲਾਮਤ ਜਿਹੜਾ ਕਾਬੂ ਬਾਦਸ਼ਾਹ ਹੈ ਉਹਦੇ ਸਾਹਮਣੇ ਸਨਮੁਖ ਖਲੋ ਗਏ ਹਨ। ਹਾਥ ਬੰਦ ਕੈ ਗਿਰਾ ਉਚਾਰੀ। ਦੋਨੋਂ ਹੱਥ ਜੋੜ ਕੇ ਪਹਿਲਾਂ ਇਹਨਾਂ ਨੇ ਆਪਣੇ ਸਮੇਂ ਦਾ ਜੋ ਹਾਕਮ ਹੈ ਉਹਨੂੰ ਨਮਸਕਾਰ ਕੀਤੀ ਹੈ ਤੇ ਬਾਅਦ ਚੋਂ ਇਸ ਤਰ੍ਹਾਂ ਕਹਿਣ ਲੱਗੇ ਹਨ ਜੀ। ਦਰਵੇਸ਼ ਪੂਰਬ ਆਵਾ। ਕਹਿਣ ਲੱਗੇ ਬਾਦਸ਼ਾਹ ਸਲਾਮਤ ਤੁਹਾਡੇ ਦੇਸ਼ ਦੇ ਵਿੱਚ ਜਿਹੜਾ ਤੁਹਾਡਾ ਇਹ ਕਿਲਾ ਹੈ ਉਸ ਕਿਲੇ ਦੇ ਮੁੱਖ ਦਰਵਾਜ਼ੇ ਦੇ ਬਾਹਰਵਾਰ ਇੱਕ ਦਰਵੇਸ਼ ਇੱਕ ਫਕੀਰ ਜਿਹੜਾ ਹੈ ਆਇਆ ਹੋਇਆ ਹੈ ਜੀ। ਭਗਤ ਪ੍ਰਤਾਪ ਹਾਨ ਲਖ ਪਾਵਾ। ਉਹਦਾ ਪ੍ਰਤਾਪ ਜਿਹੜਾ ਹੈ ਚੱਲਿਆ ਨਹੀਂ ਜਾਂਦਾ, ਉਹਦਾ ਪ੍ਰਤਾਪ ਜਿਹੜਾ ਹੈ ਅਲਖ ਹੈ, ਭਾਵ ਕਹਿਣ ਤੋਂ ਰਹਿਤ ਹੈ। ਉਹਦਾ ਮੁਖੜਾ ਜਿਹੜਾ ਹੈ ਸੂਰਜ ਵਾਂਗੂ ਦਮਕ ਤੇ ਚਮਕ ਰਿਹਾ ਹੈ। ਉਹਦਾ ਮੁਖੜਾ ਜਿਹੜਾ ਹੈ ਸੁਅੱਪਨ ਜਿਹੜਾ ਹੈ ਬਾ ਕਮਾਲ ਹੈ। ਜਿਹੜਾ ਕਹਿ ਲਈਏ ਉਹਦੇ ਦਰਸ਼ਨ ਕਰ ਲਵੇ ਉਹ ਵੀ ਮੰਤਰ ਮੁਗਧ ਹੋ ਜਾਂਦਾ। ਇਹ ਪਾਤਸ਼ਾਹ ਤੇਰੇ ਬਾਹਰ ਇੱਕ ਦਰਵੇਸ਼ ਪੁਰਖ ਬੈਠਾ ਹੈ ਜਿਹੜਾ ਅਰਕ ਪ੍ਰਤਾਪ ਹੈ। ਜਿਹੜਾ ਵੀ ਕੋਈ ਦਰਸ਼ਨ ਕਹਿ ਲਈਏ ਕਰਦਾ ਹੈ ਉਹ ਗਦਾ ਗਦ ਹੋ ਰਿਹਾ ਹੈ ਜੀ। ਬਚਨ ਜਿਹ ਠੀਕ ਸੁਭਾਉ। ਉਹਦੇ ਬਚਨ ਜਿਹੜੇ ਨੇ ਤਾਰਨ ਵਾਲੇ ਹਨ। ਸੁਭਾਅ ਉਹਦਾ ਜਿਹੜਾ ਹੈ ਬੜਾ ਵਧੀਆ ਹੈ ਜੀ। ਸੁੰਦਰ ਰੂਪ ਸਭ ਹਿੰਦ ਮਨ ਭਾਉ। ਬੜਾ ਸੁੰਦਰ ਸਰੂਪ ਹੈ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ। ਕਿਰਪਾ ਕੋ ਸਤਨਾਮ ਸ੍ਰੀ ਵਾਹਿਗੁਰੂ। ਫਿਰ ਗੁਰੂ ਕਿਰਪਾ ਕੋ ਸਤਨਾਮ ਸ੍ਰੀ ਵਾਹਿਗੁਰੂ। ਇਹ ਦਰਵਾਨ ਜੀ ਕਹਿ ਰਹੇ ਨੇ ਆਪਣੇ ਬਾਦਸ਼ਾਹ ਉਹਦੇ ਕੋਮਲ ਬਚਨ ਹੈ, ਉਹਦਾ ਸੁਭਾਅ ਨੇਕ ਹੈ, ਉਹਦਾ ਮੁਖੜਾ ਬੜਾ ਸੋਹਣਾ ਹੈ ਤੇ ਜਿਹੜਾ ਵੀ ਕੋਈ ਦੇਖਦਾ ਹੈ ਹਰ ਇੱਕ ਦੇ ਮਨ ਨੂੰ ਜਿਹੜਾ ਹੈ ਭਾ ਜਾਂਦਾ ਹੈ ਜੀ। ਰਾਜਨ ਕੀ ਜਿਹ ਚਾਹ ਨ ਕਾਈ। ਨਾਲ ਇੱਕ ਗੱਲ ਹੋਰ ਹੈ, ਤੁਸੀਂ ਤੇ ਹਮੇਸ਼ਾ ਹੀ ਕਿਸੇ ਕੋਲ ਲੈਣਾ ਸਿੱਖਿਆ। ਤੁਸੀਂ ਤਾਂ ਹਮੇਸ਼ਾ ਜਿਹੜਾ ਹੈ ਧਨ ਇਕੱਠਾ ਕਰਦੇ ਆਏ ਹੋ। ਉਹਨੇ ਇਹ ਵੀ ਬਚਨ ਕਿਹਾ ਹੈ ਜਾਚਨ ਕੀ ਜਿਹ ਚਾਹ ਨ ਕਾਈ। ਉਹਨੂੰ ਤੁਹਾਡੇ ਕੋਲੋਂ ਕੁਝ ਨਹੀਂ ਚਾਹੀਦਾ। ਹੋ ਸਕਦਾ ਹੈ ਉਹ ਤੁਹਾਨੂੰ ਕੁਝ ਦੇ ਕੇ ਜਾਵੇ ਪਰ ਉਹਦੀ ਆਪਣੀ ਮੰਗ ਤੁਹਾਡੇ ਕੋਲੋਂ ਕੋਈ ਨਹੀਂ ਹੈ ਜੀ। ਰਾਵਣ ਕੋ ਮਿਲਨੋ ਫਰਮਾਈ। ਇਸ ਤਰ੍ਹਾਂ ਤੁਸੀਂ ਜਿਹੜਾ ਹੈ ਉਹਨੂੰ ਜਿਹੜਾ ਹੈ ਹੇ ਰਾਜਨ ਤੁਹਾਨੂੰ ਮਿਲਣ ਵਾਸਤੇ ਮੈਨੂੰ ਜਿਹੜਾ ਹੈ ਉਹਨੇ ਕਹਿਣਾ ਕੀਤਾ ਹੈ ਜੀ। ਕਿਉ ਸੁਨਕਾਰੂ ਦਰ ਪਰ ਆਇਓ। ਇਹ ਨਾਨਕ ਗੁਰੂ ਸਾਹਿਬ ਜੀ ਦੀ ਕਿਰਪਾ ਮੈਂ ਰਹਿਮਤ ਸੀ ਗੁਰੂ ਕੀ ਸੰਗਤ ਜੀ ਕਿ ਮੇਰੇ ਮਾਲਕ ਜਿਹੜੇ ਅੱਖਿਨ ਭਰ ਦੇ ਅੰਦਰ ਮਨ ਜਿਹੜਾ ਹੈ ਉਹ ਤਬਦੀਲ ਕਰ ਦਿੰਦੇ ਹਨ। ਜੇ ਗੁਰੂ ਨਾਨਕ ਦੇ ਘਰ ਦੀ ਕਿਰਪਾ ਨਾ ਵਰਤਦੀ ਤੇ ਇਹ ਕਾਬੂ ਬਾਦਸ਼ਾਹ ਜੀ ਦੇ ਇਸ ਦੇਸ਼ ਦੇ ਵਿੱਚ ਹੀ ਨਾ ਆਉਂਦੇ। ਇਹਦੀ ਕਰਨੀ ਹੈ ਕਲਿਆਣਤਾ। ਹੁਣ ਜਦੋਂ ਇੰਨੇ ਬਚਨ ਸੁਣੇ ਆਪਣੇ ਦਰਵਾਂਚੀਆਂ ਦੇ ਤੇ ਕਵੀ ਰਾਜ ਜੀ ਕਹਿੰਦੇ ਪਏ ਨੇ ਕਿ ਇਹ ਜਿਹੜੇ ਦਰਵਾਂਚੀਆਂ ਨੇ ਜਦੋਂ ਇਹ ਬਚਨ ਕਹੇ ਨਾ ਇਉਂ ਸੁਨਕਾਰੂ ਦਰ ਪਰ ਆਇਓ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੰਨੇ ਬਚਨ ਸੁਣਨ ਦੀ ਦੇਰ ਸੀ, ਨਹੀਂ ਤਾਂ ਇਹ ਫਕੀਰਾਂ ਨੂੰ ਕੁਝ ਸਮਝਦਾ ਹੀ ਨਹੀਂ ਸੀ ਕਦੇ ਕਾਰੂ। ਕਿਉਂਕਿ ਜ਼ੁਲਮੀ ਬਾਦਸ਼ਾਹ ਹੈ, ਦੁੱਖ ਦਿੰਦਾ ਹੈ, ਪਰਾਇਆ ਧਨ ਜਿਹੜਾ ਹੈ ਲੁੱਟ ਪੁੱਟ ਲੈਂਦਾ ਹੈ। ਪਰ ਇੰਨੇ ਬਚਨ ਜਦੋਂ ਆਪਣੇ ਦਰਵਾਂਚੀਆਂ ਦੇ ਕੋਲੋਂ ਸੁਣੇ ਹਨ ਤੇ ਇੱਕਦਮ ਜਿਹੜਾ ਹੈ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਦਰ ਦੇ ਉੱਤੇ ਚੱਲ ਕੇ ਆਪਣੇ ਕਿਲੇ ਚੋਂ ਬਾਹਰ ਆ ਗਿਆ ਹੈ ਜੀ। ਸ੍ਰੀ ਨਾਨਕ ਕੋ ਦਰਸ਼ਨ ਪਾਇਓ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਇਹਨੇ ਆ ਕੇ ਦਰਸ਼ਨ ਕੀਤੇ ਹਨ ਜੀ। ਬਦਨ ਕਰ ਡਾਲ ਠਾਂਡ ਅਗਾਰੀ। ਐਡਾ ਜ਼ੁਲਮੀ ਬਾਦਸ਼ਾਹ ਸੀ ਕਦੇ ਇਹਦਾ ਸਿਰ ਨਹੀਂ ਸੀ ਝੁਕਿਆ। ਆ ਦੇਖੋ ਗੁਰੂ ਨਾਨਕ ਦੇ ਘਰ ਦੀ ਵਡਿਆਈ। ਬੰਧਨ ਕਰ ਪਾਠਾਂਡ ਅਗਾਰੀ। ਮਨ ਏਦਾਂ ਜਿਹੜਾ ਹੈ ਬਦਲ ਗਿਆ। ਉਹ ਕਿਸੇ ਦੇ ਜਰੀਏ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਬਚਨ ਹੀ ਸੁਣੇ ਹਨ। ਅੱਜ ਅੰਮ੍ਰਿਤ ਵੇਲੇ ਦੇ ਪਾਵਨ ਗੁਰਬਾਣੀ ਵਿਚਾਰ ਦੇ ਅੰਦਰ ਹੀ ਦਰਸ਼ਨਾਂ ਦੀ ਜਦੋਂ ਗੱਲ ਚੱਲਦੀ ਹੈ, ਗੁਣੀ ਜਨਾਂ ਨੇ 4 ਤਰ੍ਹਾਂ ਦੇ ਦਰਸ਼ਨ ਜਿਹੜੇ ਨੇ ਗੁਰੂ ਕੀ ਸੰਗਤ ਦੀ ਸੰਕਲਪ ਕੀਤੇ ਹਨ। ਇੱਕ ਹੈ ਪ੍ਰਤੱਖ ਦਰਸ਼ਨ, ਇੱਕ ਹੈ ਸਰਵਣ ਦਰਸ਼ਨ, ਇੱਕ ਹੈ ਸੁਪਨ ਦਰਸ਼ਨ ਤੇ ਇੱਕ ਹੈ ਚਿੱਤਰ ਦਰਸ਼ਨ। ਹੁਣ
ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਕਹੇ ਹੋਏ ਬਚਨ ਜਦੋਂ ਇਹਨੇ ਆਪਣੇ ਕੰਨਾਂ ਦੇ ਨਾਲ ਸੁਣੇ ਇਸ ਰਾਜੇ ਨੇ, ਤੇ ਉਹਨੂੰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਸਰਵਨ ਦਰਸ਼ਨ ਹੋ ਗਏ। ਪਿਆਰ ਨਾਲ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਉਹ ਸਰਵਨ ਦਰਸ਼ਨ ਕਰਨ ਦੇ ਨਾਲ ਹੀ, ਜਿਹਨੂੰ ਆਪਾਂ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ ਕਿ ਆ ਸ਼੍ਰੀਮਾਨ ਭਾਈ ਸੰਤੋਖ ਸਿੰਘ ਜੀ, ਜਿਨ੍ਹਾਂ ਨੇ ਇਹ ਪਾਵਨ ਪਵਿੱਤਰ ਗੁਰ ਇਤਿਹਾਸ ਦਸਾਂ ਪਾਤਸ਼ਾਹੀਆਂ ਦਾ ਲਿਖਿਆ ਹੋਇਆ ਹੈ, ਆਪ ਜੀ ਗੁਰੂ ਨਾਨਕ ਸਾਹਿਬ ਜੀ ਦਾ ਸਰਵਨ ਕਰ ਰਹੇ ਹਨ। ਇਹ ਚਿੱਤਰ ਦਰਸ਼ਨ ਹੈ, ਇਹ ਸਰਵਨ ਦਰਸ਼ਨ ਹੈ ਆਪ। ਤੇ ਹੁਣ ਜਦੋਂ ਕੰਨਾਂ ਦੇ ਨਾਲ ਗੁਰੂ ਨਾਨਕ ਦੇ ਬੋਲ ਸੁਣੇ ਕਿਸੇ ਹੋਰ ਦੇ ਕੋਲੋਂ, ਤੇ ਹੁਣ ਆਪ ਜਾ ਕਰਕੇ ਜਦੋਂ ਦਰਸ਼ਨ ਕੀਤੇ ਹਨ ਤੇ ਮਨ ਜਿਹੜਾ ਹੈ ਉਹ ਗਦਾਗਦ ਹੋ ਗਿਆ। ਇੱਕ ਹੋਰ ਇਤਿਹਾਸ ਦੇ ਅੰਦਰ ਸਾਖੀ ਆਉਂਦੀ ਹੈ ਕਿ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ ਜਦੋਂ ਪਹਿਲੀ ਵਾਰ ਬਾਣੀ ਸੁਣੀ ਹੈ ਤੇ ਉਹ ਸੀ ਭਾਈ ਯੋਧ ਜੀ ਇਤਿਹਾਸ ਦੇ ਵਿੱਚ ਆਏ, ਤੇ ਉਹ ਬਾਣੀ ਪੜ੍ਹਦੇ ਪਏ ਸਨ ਆਸਾ ਜੀ ਦੀ ਵਾਰ। ਤੇ ਜਦੋਂ ਧੰਨ ਗੁਰੂ ਅੰਗਦ ਸਾਹਿਬ ਜੀ ਭਾਈ ਲਹਿਣਾ ਜੀ ਉੱਥੇ ਪਹੁੰਚਦੇ ਨੇ ਤੇ ਉਦੋਂ ਪੌੜੀ ਚੱਲਦੀ ਪਈ ਸੀ ਆਸਾ ਜੀ ਦੀ ਵਾਰ ਦੀ, ਸਮਾਪਤੀ ਤੇ ਸੀ ਆਸਾ ਜੀ ਦੀ ਵਾਰ। ਪੌੜੀ ਸੀ ਜਿਤ ਸੇਵੀਏ ਸੁਖ ਪਾਈਏ, ਸੋ ਸਾਹਿਬ ਸਦਾ ਸੰਭਾਲੀਏ, ਜਿਤ ਕੀਤਾ ਪਾਈਏ ਆਪਣਾ ਸਾ ਭਾਲ ਬੁਰੀ ਕਿਉਂ ਘਾਲੀਏ। ਜਦੋਂ ਕੀਤਾ ਆਪਣੇ ਕਰਮਾਂ ਦਾ ਹੀ ਪਾਉਣਾ ਹੈ ਤੇ ਫਿਰ ਮੰਦੇ ਕਰਮ ਜਿਹੜੇ ਨੇ ਉਹ ਕਰਨੇ ਕਿਉਂ। ਇਹ ਅਰਥ ਜਦੋਂ ਭਾਈ ਜੋਧ ਜੀ ਨੇ ਦੱਸੇ ਤੇ ਧੰਨ ਗੁਰੂ ਨਾਨਕ ਜੀ ਦੇ ਦਰਸ਼ਨਾਂ ਦੇ ਲਈ ਵਿਆਕੁਲ ਹੋ ਗਏ ਸਨ ਭਾਈ ਲਹਿਣਾ ਜੀ। ਤੇ ਫਿਰ ਆਪ ਜਾ ਕੇ ਜਦੋਂ ਘੋੜੀ ਤੇ ਚੜ੍ਹ ਕੇ ਜਾਂਦੇ, ਇਤਿਹਾਸ ਆਪ ਜੀ ਜਾਣਦੇ ਹੋ, ਬਾਬਾ ਜੀ ਨੂੰ ਜਦੋਂ ਦਰਸ਼ਨ ਹੋਏ ਤੇ ਉਦੋਂ ਰੋਂਦੇ ਹਨ ਭਾਈ ਲਹਿਣਾ ਜੀ ਚਰਨਾਂ ਦੇ ਵਿੱਚ ਸਿਰ ਰੱਖ ਕਰਕੇ। ਤੇ ਪਾਤਸ਼ਾਹ ਕਹਿੰਦਾ ਪੁਰਖਾ ਰੋਂਦਾ ਕਿਉਂ ਪਿਆ ਹੈ? ਕਹਿੰਦਾ ਪਾਤਸ਼ਾਹ ਵੀ ਆਇਆ ਤਾਂ ਤੁਹਾਡੇ ਦਰਸ਼ਨ ਕਰਨ ਸੀ, ਪਰ ਤੁਸੀਂ ਘੋੜੀ ਦੀ ਬਾਤ ਆਪ ਹੀ ਫੜ ਲਿਆਏ ਅੰਦਰ। ਤੇ ਕਹਿੰਦੇ ਪੁਰਖਾ ਤੇਰਾ ਨਾਂ ਕੀ ਹੈ? ਕਹਿਣ ਲੱਗੇ ਲਹਿਣਾ। ਤੇ ਆਂਦੇ ਤੂੰ ਦੱਸ ਜਿਹੜੇ ਲੈਣਦਾਰ ਹੁੰਦੇ ਨੇ ਉਹ ਘੋੜੀਆਂ ਤੇ ਚੜ੍ਹ ਕੇ ਆਉਂਦੇ ਨੇ ਕਿ ਪੈਦਲ ਆਉਂਦੇ ਨੇ? ਆਂਦੇ ਉਹ ਤੇ ਵੱਡੇ ਹੁੰਦੇ ਨੇ ਤੇ ਘੋੜੀਆਂ ਤੇ ਚੜ੍ਹ ਕੇ ਆਉਂਦੇ ਨੇ। ਆਂਦੇ ਬਸ ਅਸੀਂ ਵੀ ਤੇਰਾ ਕੁਝ ਦੇਣਾ ਸੀ ਤੇ ਤੂੰ ਲੈਣਾ ਸੀ ਸਾਡੇ ਕੋਲ, ਇਸ ਕਰਕੇ ਤੂੰ ਘੋੜੀ ਤੇ ਚੜ੍ਹ ਕੇ ਆਇਆ। ਉੱਥੇ ਸੰਕਲਪ ਹੋਇਆ ਬਾਣੀ ਦੇ ਅੰਦਰ, ਥਾਪਿਆ ਲਹਿਣਾ ਜੀਵਦੇ ਗੁਰ ਆਈ ਸਿਰ ਛਤਰ ਫਿਰਾਇਆ। ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਗੁਰੂ ਨਾਨਕ ਦੇ ਘਰ ਦੀ ਦੂਸਰੀ ਜੋਤ ਦੇ ਰੂਪ ਦੇ ਵਿੱਚ ਬਿਰਾਜਮਾਨ ਹੋਏ। ਹੁਣ ਇੱਥੇ ਇਹਨੇ ਕੀਤੇ ਨੇ ਸਰਵਨ ਦਰਸ਼ਨ। ਉਹ ਸਰਵਨ ਦਰਸ਼ਨ ਕਰਨ ਦੇ ਨਾਲ ਮਨ ਤਬਦੀਲ ਹੋਇਆ ਤੇ ਆ ਗਿਆ ਹੈ ਗੁਰੂ ਚਰਨਾਂ ਦੇ ਵਿੱਚ। ਤੇ ਇੱਥੇ ਜਿਹੜੇ ਨੇ ਪ੍ਰਤੱਖ ਰੂਪ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਜਦੋਂ ਦਰਸ਼ਨ ਕੀਤੇ ਨੇ, ਜਿਹਦਾ ਸਿਰ ਕਦੀ ਕਿਸੇ ਦੇ ਸਾਹਮਣੇ ਝੁਕਿਆ ਨਹੀਂ ਸੀ, ਜਿਹਨੇ 45 ਗੰਜ ਜਿਹੜਾ ਹੈ ਉਹ ਕਹਿ ਲਈਏ ਖਜ਼ਾਨਾ ਜੋੜ ਛੁੱਟਿਆ ਆਪਣੇ ਕਿਲੇ ਦੇ ਅੰਦਰ। ਇੰਨਾ ਜ਼ੁਲਮੀ ਬਾਦਸ਼ਾਹ, ਕਦੀ ਉਹਦਾ ਹੰਕਾਰ ਨਹੀਂ ਸੀ ਟੁੱਟਾ। ਧੰਨ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕਰਦਿਆਂ ਮੂੰਹੋਂ ਕਹਿੰਦੇ ਕੁਝ ਨਹੀਂ ਬੋਲਿਆ, ਬਸ ਦੋਨੋਂ ਹੱਥ ਜੁੜ ਗਏ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਨਮਸਕਾਰ ਕਰਦਾ ਹੈ ਤੇ ਇਸ ਤਰ੍ਹਾਂ ਬੋਲਦਾ ਹੈ ਜੀ। ਰਾਵਰ ਕੋ ਮਿਲਨੋ ਫਰਮਾਈ, ਤੇ ਕਹਿਣ ਲੱਗੇ ਫਿਰ ਬੋਲੇ ਸੰਗ ਭੀਰ ਮਾਨਵ ਕੀ ਭਾਰੀ। ਤੇ ਨਾਲ ਇਹਦੇ ਹੋਰ ਵੀ ਕਿਲੇ ਦੇ ਵਿੱਚ ਜਿਹੜੇ ਸਿਪੇ ਸਲਾਰ ਸਨ, ਅਹਿਲਕਾਰ ਸਨ, ਉਹ ਵੀ ਨਮਸਕਾਰ ਕਰਦੇ ਹਨ ਜੀ। ਦੋਹਰਾ ਇਸ ਨਿਜ ਸ੍ਰੀ ਨਾਨਕ ਤਬੈ ਬੈਠੇ। ਆਂਦੇ ਜਦੋਂ ਇਹ ਰਾਜਾ ਆਇਆ ਨਾ, ਉਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਇਸ ਤਰੀਕੇ ਦੇ ਨਾਲ ਬੈਠੇ ਹੋਏ ਸਨ। ਰਹੀ ਤਾਹੇ ਦੀਨ ਬੀਨ ਕਹੋ ਠੀਕਰੀ। ਆਂਦੇ ਧੰਨ ਗੁਰੂ ਨਾਨਕ ਸਾਹਿਬ ਜੀ ਜ਼ਮੀਨ ਭੂਮੀ ਤੇ ਬੈਠੇ ਹੋਏ ਸਨ ਤੇ ਇੱਕ ਇੱਕ ਠਿਕੜੀਆਂ ਜਿਹੜੀਆਂ ਹੁੰਦੀਆਂ ਨੇ ਨਾ, ਉਹਨਾਂ ਨੂੰ ਜਿਹੜੇ ਸਨ ਇੱਕ ਇੱਕ ਕਰਕੇ ਚੁਣ ਰਹੇ ਸਨ। ਤੇ ਚੁਣ ਕਰਕੇ ਜਿਹੜਾ ਉਹਨਾਂ ਦਾ ਗਲ ਦੇ ਵਿੱਚ ਸਾਫਾ ਸੀ, ਉਸ ਸਾਫੇ ਦੇ ਇੱਕ ਨੁੱਕਰ ਦੇ ਉੱਤੇ ਉਹ ਠਿਕੜੀਆਂ ਜਿਹੜੀਆਂ ਮੇਰੇ ਮਾਲਕ ਜਿਹੜੇ ਸਨ ਉਹ ਬੰਨੀ ਜਾ ਰਹੇ ਸਨ। ਭਾਵ ਠਿਕੜੀਆਂ ਇਕੱਠੀਆਂ ਕਰਕੇ ਚੁਣ ਚੁਣ ਕੇ ਉਹ ਸਾਫੇ ਦੀ ਇੱਕ ਗੰਢ ਜਿਹੜੀ ਹੈ ਉਹਦੇ ਵਿੱਚ ਬੰਨ ਰਹੇ ਸਨ ਜੀ। ਪਟਕੇ ਮਾਹੇ, ਤੇ ਉਹ ਏਦਾਂ ਕੱਪੜੇ ਦੇ ਵਿੱਚ ਪਾ ਰਹੇ ਸਨ ਜੀ। ਜੋ ਪਈ ਦੇਖਤ ਕਾਰੂ ਗਿਰਾ ਉਚਾਰੀ। ਜਦੋਂ ਇਹ ਕੁਝ ਦੇਖਿਆ ਨਾ ਕਾਰੂ ਬਾਦਸ਼ਾਹ ਨੇ, ਤੇ ਕਾਰੂ ਬਾਦਸ਼ਾਹ ਹੁਣ
ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਇਸ ਤਰ੍ਹਾਂ ਬਚਨ ਕਰਦਾ ਹੈ ਜੀ। ਠਿਕਰੀ ਕਿਆ ਕਰ ਕਾਰੀ, ਤੇ ਕਹਿਣ ਲੱਗੇ ਇਹ ਕਿਹੜਾ ਕਾਰਾ ਕਰਦੇ ਪਏ ਹੋ। ਇਸ ਤਰ੍ਹਾਂ ਬੇਨਤੀ ਰੂਪ ਜਿਹੜੇ ਬਚਨ ਕਹਿਣ ਲੱਗਾ ਹੈ ਜੀ। ਕਰੋ ਬਾਦ ਇਹ ਬੈਠੇ ਕਾਜੂ, ਕਹਿਣ ਲੱਗੇ ਕਰੋ ਬਾਦ। ਬਾਦ ਦੇ ਅਰਥ ਆਏ ਨੇ ਵਿਕਾਰ, ਭਾਵ ਬੇਕਾਰ। ਇਹ ਕਿਹੜੇ ਬੇਕਾਰ ਦੇ ਕੰਮਾਂ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਹੈ ਫਕੀਰ ਤੂੰ ਲੱਗਾ ਹੋਇਆ ਹੈ। ਇਹ ਕਿਸ ਕੰਮ ਜਿਹੜਾ ਹੈ ਕਾਰਜ ਤੇਰਾ ਆਵੇਗਾ ਕਿ ਤੂੰ ਠਿਕਰੀਆਂ ਜਿਹੜੀਆਂ ਇਕੱਠੀਆਂ ਕਰ ਕਰਕੇ ਪੱਲੇ ਦੇ ਵਿੱਚ ਜਿਹੜੀਆਂ ਨੇ ਬੰਨੀ ਜਾ ਰਿਹਾ ਹੈ ਜੀ। ਤੋ ਸੰਚ ਕਰੋ ਕਿਆ ਕਾਜੂ, ਮੈਨੂੰ ਇਹ ਵੀ ਤਾਂ ਦੱਸ ਇਹਨਾਂ ਠਿਕਰੀਆਂ ਨੂੰ ਇਕੱਠਾ ਕਰਕੇ ਇਹ ਫਕੀਰ ਤੇਰਾ ਕਿਹੜਾ ਕਾਰਜ ਜਿਹੜਾ ਹੈ ਉਹ ਸਵਰੇਗਾ। ਇਹਨਾਂ ਠਿਕਰੀਆਂ ਨੇ ਵੀ ਕੋਈ ਕਾਰਜ ਸਵਾਰਨਾ। ਇੱਕ ਪਾਸੇ ਤੋਂ ਇਹ ਜਿਹੜਾ ਹੈ ਬ੍ਰੇਨ ਤੋਂ ਸ਼ਾਰਪ ਵੀ ਹੈ ਕਿ ਠਿਕਰੀਆਂ ਕਿਸੇ ਕੰਮ ਥੋੜਾ ਆਉਣੀਆਂ, ਪੈਸਾ ਕੰਮ ਆਉਣਾ ਹੈ। ਮੱਤ ਦੇ ਵਿੱਚ ਤੇ ਇਹੀ ਗੱਲ ਚੱਲਦੀ ਹੈ ਨਾ ਕਿ ਪੈਸਾ ਇਕੱਠਾ ਕਰੀ ਜਾਈਏ ਸਭ ਕੁਝ ਹੋ ਜਾਵੇਗਾ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਹੁਣ ਇਸ ਦੀ ਕਲਿਆਣਤਾ ਕਰਨੀ ਹੈ। ਕਿਸ ਤਰ੍ਹਾਂ ਹੁਣ ਇਹ ਉਹਦੀ ਸ਼ਰਨ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਕਬੂਲ ਰਿਹਾ ਹੈ, ਉਹ ਪਿਆਰ ਨਾਲ ਸਰਵਣ ਕਰੋ ਜੀ। ਸ਼੍ਰੀ ਗੁਰੂ ਬੈਨ ਪੁਸਾਰੀ, ਜਦੋਂ ਇੰਨੇ ਬਚਨ ਇਹਨੇ ਕਹੇ ਨਾ ਤੇ ਠਿਕਰੀਆਂ ਕਿਉਂ ਇਕੱਠੀਆਂ ਕਰਦੇ ਪਏ ਹੋ, ਇਹ ਕਿਹੜੇ ਕਾਰਜ ਵਾਸਤੇ ਰਾਸ ਆਉਣਗੀਆਂ। ਤੇ ਗੁਰ ਕੀ ਸੰਗਤ ਜੀ ਉਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਜਦੋਂ ਇਹਦੀਆਂ ਇਹ ਗੱਲਾਂ ਸੁਣੀਆਂ ਤੇ ਬੜੇ ਕੋਮਲ ਬਚਨ ਜਿਹੜੇ ਨੇ ਇਸ ਨੂੰ ਕਹਿਣਾ ਕਰਦੇ ਹਨ ਜੀ। ਠਿਕਰੀ ਸੰਗ ਹਮਾਰੇ, ਬਾਦਸ਼ਾਹ ਕਹਿਣ ਲੱਗੇ ਕਾਰੂ ਬਾਦਸ਼ਾਹ ਇਹ ਠਿਕਰੀਆਂ ਅਸੀਂ ਤਾਂ ਇਕੱਠੀਆਂ ਕਰ ਰਹੇ ਨੇ ਤੇ ਪੱਲੇ ਵਿੱਚ ਵੀ ਤਾਂ ਬੰਨ ਰਹੇ ਹਾਂ ਕਿ ਜਦੋਂ ਅਸੀਂ ਸੰਸਾਰ ਤੋਂ ਜਾਵਾਂਗੇ ਨਾ ਉਦੋਂ ਇਹ ਸਾਡੇ ਨਾਲ ਚੱਲਣਗੀਆਂ। ਪਿਆਰ ਨਾਲ ਕੋ ਸਤਨਾਮ ਸ੍ਰੀ ਵਾਹਿਗੁਰੂ। ਇਹ ਬਾਦਸ਼ਾਹ ਇਹ ਠਿਕਰੀਆਂ ਮਰਨ ਵੇਲੇ ਮੇਰੇ ਨਾਲ ਜਾਣਗੀਆਂ। ਮੀਨ ਕਰੋ ਯਾਤੇ ਇਕ ਠਾਈ, ਤੇ ਇਹਨੂੰ ਇਸ ਕਰਕੇ ਮੈਂ ਇੱਕ ਥਾਂ ਤੇ ਚੁਣ ਚੁਣ ਕੇ ਇਕੱਠੀਆਂ ਕਰਕੇ ਰੱਖਦਾ ਹਾਂ ਜੀ। ਲੋਕ ਰਾਜ ਤੇ ਆਈ, ਜਦੋਂ ਪਰਲੋਕ ਦੇ ਵਿੱਚ ਜਾਵਾਂਗੇ ਉਦੋਂ ਇਹ ਸਾਡੇ ਕੰਮ ਆਉਣਗੀਆਂ। ਇਸ ਕਰਕੇ ਬਾਦਸ਼ਾਹ ਮੈਂ ਇਹ ਠਿਕਰੀਆਂ ਇਕੱਠੀਆਂ ਕਰਦਾ ਹਾਂ ਜੀ। ਇਹ ਦਰਵੇਸ਼ ਨਾ ਕਰੋ ਉਚਾਰੀ, ਜਦੋਂ ਇੰਨੇ ਬਚਨ ਹੁਣ ਬਾਦਸ਼ਾਹ ਨੇ ਸੁਣੇ ਤੇ ਕਹਿੰਦਾ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਕਹਿਣ ਲੱਗਾ, ਇਹ ਫਕੀਰ ਦਰਵੇਸ਼ ਤੂੰ ਇਹ ਕੰਮ ਕਰਨ ਤੋਂ ਪਹਿਲਾਂ ਆਹ ਵਿਚਾਰ ਤੇ ਇੱਕ ਕਰ ਲੈਂਦਾ। ਉਹ ਕਿਹੜੀ ਵਿਚਾਰ ਹੈ ਉਹ ਪਿਆਰ ਨਾਲ ਸੁਣੋ ਜੀ। ਕੈਸ ਠਿਕਰੀ ਜਾਹੀ ਅਗਾਰੀ, ਆਂਦੇ ਇਹ ਵਿਚਾਰ ਹੈ ਮੈਨੂੰ ਦੱਸ ਹਾਂ ਭਲਾ ਕਿ ਆਹ ਜਿਹੜੀਆਂ ਠਿਕਰੀਆਂ ਤੂੰ ਇਕੱਠੀਆਂ ਕਰੀ ਜਾਂਦਾ ਪਿਆ ਫਕੀਰ ਦਰਵੇਸ਼ ਇਹ ਕਿਸ ਤਰ੍ਹਾਂ ਤੇਰੇ ਨਾਲ ਚਲੀਆਂ ਜਾਣਗੀਆਂ। ਦੇਹ ਸੰਗ ਕੀ ਇਹ ਹੈ, ਇੱਥੇ ਤਾਂ ਜਿਹੜੀ ਦੇਹ ਹੈ ਉਹ ਵੀ ਇੱਥੇ ਰਹਿ ਜਾਂਦੀ ਹੈ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਧਨ ਕਹੇ ਤੂੰ ਵਸ ਮੈਂ ਨਾਲੈ, ਪ੍ਰੇ ਸੁਖ ਬਾਸੀ ਬਾਲ ਗੋਪਾਲੈ। ਫਿਰ ਕਹਿਆ ਹੂੰ ਹੁਕਮੀ ਬੰਦਾ, ਉਹ ਭਾਰੋ ਠਾਕੁਰ ਕਿਸ ਕਾਨ ਨ ਛੰਦਾ। ਜਿਚਰ ਰਾਖੈ ਤਿਚਰ ਤੁਮ ਸੰਗ ਰਹਿਣਾ, ਜਾਂ ਸੱਦੇ ਤਾਂ ਊਠ ਸਿਧਾਸਾ। ਪਤਨੀ ਕਹਿੰਦੀ ਮੇਰੇ ਨਾਲ ਸਦਾ ਵਸਦਾ ਰਹਿ। ਪਤੀ ਕਹਿੰਦਾ ਹੈ ਇਹ ਸਰੀਰ ਰੱਬ ਦਾ ਦਿੱਤਾ ਹੈ, ਜਿੱਦਣ ਉਹਨੇ ਬੁਲਾ ਲਿਆ ਉਦਣ ਬਿਲਕੁਲ ਸੱਚਾਈ ਹੈ। ਇਹ ਸਰੀਰ ਛੱਡ ਕੇ ਮੈਂ ਇੱਥੋਂ ਚਲਾ ਜਾਵਾਂਗਾ, ਪਰ ਜਿਹੜੀ ਜੋਤ ਹੈ ਉਹ ਤੇਰੇ ਨਾਲ ਸਦਾ ਕਾਇਮ ਨਹੀਂ ਰਹਿਣੀ। ਇੱਥੇ ਵੀ ਇਹੀ ਕਹਾਣੀ ਇਹਨੂੰ ਸਮਝ ਆ ਰਹੀ ਹੈ ਕਿ ਕਹਿੰਦਾ ਕਿ ਸਰੀਰ ਜਿਹੜਾ ਹੈ ਬਸ ਇੱਥੇ ਪਿਆ ਰਹਿ ਜਾਣਾ ਹੈ, ਸਰੀਰ ਵੀ ਨਾਲ ਨਹੀਂ ਜਾਣਾ। ਤਿੰਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ, ਵੇਖੋ ਬੰਦਾ ਚੱਲਿਆ ਚੋਹ ਜਣਿਆਂ ਦੇ ਕੰਨ। ਇੱਥੋਂ ਤੱਕ ਹੀ ਹੈ ਨਾ ਸਰੀਰ ਦਾ ਸੰਬੰਧ। ਤੇ ਸ਼ਮਸ਼ਾਨ ਭੂਮੀ ਦੇ ਵਿੱਚ ਜਿਹੜੀ ਹੈ ਉਹ ਬਾਅਦ ਦੇ ਵਿੱਚ ਇੱਕ ਮੁੱਠ ਸਵਾਦ ਹੀ ਬਣ ਜਾਣੀ ਹੈ, ਜਿਹਨੂੰ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਬਾਣੀ ਦੇ ਅੰਦਰ ਵੀ ਦਰਸਾਉਣਾ ਕੀਤਾ ਹੈ। ਨੌਵੇਂ ਧੋਲੇ ਉੱਬੇ ਸਾਹਾ ਦਸਵੇਂ ਦੱਤਾ, ਹੋਵਾ ਸੁਆ। ਜੀਵਨ ਦਾ ਪੜਾਅ ਦਸਵਾਂ ਜਿੱਥੇ ਸਵਾਹ ਬਣ ਜਾਂਦੀ ਹੈ ਇਸ ਸਰੀਰ ਦੀ। ਇਹ ਕਹਿੰਦਾ ਹੈ ਦੇਹ ਸੰਗ ਕੀ ਇਹਾਂ ਰਹੇ ਹੈ। ਇੱਥੇ ਤਾਂ ਆਂਦੇ ਜਿਹੜਾ ਸਰੀਰ ਹੈ
ਬਸ ਉਹੀ ਰਹਿ ਜਾਣਾ ਹੈ, ਤੇ ਉਹ ਵੀ ਕਿਸੇ ਬਾਤ ਚੋਂ ਕੰਮ ਨਹੀਂ। ਤੇ ਤੂੰ ਠਿਕਰੀਆਂ ਕਹਿਣਾ ਪਿਆ ਹੈ ਫਕੀਰ ਕੇ ਨਾਲ ਚੱਲਣਗੀਆਂ। ਰਿਣ ਸਮਾਨ ਵਿੱਚ ਸੰਗ ਨਾ ਜਾਹੈ। ਮੈਂ ਤੇ ਇਹ ਵੀ ਜਾਣਦਾ ਹਾਂ ਕਿ ਇੱਕ ਤੀਲਾ ਤੱਕ, ਇੱਕ ਕਿਨਕਾ ਤੱਕ ਵੀ ਜਿਹੜਾ ਹੈ ਅੰਤ ਨੂੰ ਮਨੁੱਖ ਦੇ ਨਾਲ ਨਹੀਂ ਜੇ ਜਾਂਦਾ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਖਾਲੀ ਹੱਥ ਆਉਂਦਾ ਹੈ, ਖਾਲੀ ਹੱਥ ਚਲਿਆ ਜਾਂਦਾ ਹੈ। ਦੋਹਰਾ ਤੈ ਜ਼ੁਲਮੀ ਕਰ ਦੇਸ਼ ਮੈਂ ਕੀਨ 45 ਗੰਜ। ਤੈ ਜ਼ੁਲਮੀ ਕਰ ਦੇਸ਼ ਮੈਂ ਕੀਨ 45 ਗੰਜ। ਹੁਣ ਇਹ ਬਚਨ ਜਦੋਂ ਸੁਣੇ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਇਸ ਕਾਬੂ ਬਾਦਸ਼ਾਹ ਨੂੰ ਕਹਿੰਦੇ ਨੇ, ਬਸ ਕਾਬੂ ਬਾਦਸ਼ਾਹ ਇਹੀ ਗੱਲ ਤਾਂ ਤੈਨੂੰ ਮੈਂ ਸਮਝਾਉਣੀ ਚਾਹੁੰਦਾ ਹਾਂ। ਦੇਖ ਤੂੰ ਆਪਣੀ ਪ੍ਰਜਾ ਦੇ ਉੱਤੇ ਇੰਨਾ ਜ਼ੁਲਮ ਤੇ ਕਹਿਰ ਢਾਉਂਦਾ ਪਿਆ ਹੈ। ਪਰਾਇਆ ਹੱਕ ਜਿਹੜਾ ਹੈ ਨਿਚੋੜ ਕੇ ਜਿਹੜਾ ਹੈ ਉਹ ਖਾਈ ਜਾ ਰਿਹਾ ਹੈ। ਤੇਰਾ ਭਰਾ ਉਹ 40 ਗੰਜ ਜੋੜ ਕੇ ਗਿਆ, ਉਹਦੇ ਬਾਅਦ ਤੂੰ ਸਿੰਘਾਸਨ ਦੇ ਉੱਤੇ ਬੈਠਾ ਤੇ ਤੂੰ ਆਪਣੇ ਭਰਾ ਨਾਲੋਂ 5 ਗੁਣਾ ਹੋਰ ਜਿਹੜਾ ਹੈ 45 ਗੰਜ ਕਰ ਲਿਆ ਉਹਨੂੰ। ਪਰ ਦੱਸ, ਜੇ ਤੇਰੇ ਭਰਾ ਹਾਰੂ ਦੇ ਕੋਲ ਨਹੀਂ ਰਿਹਾ ਤੇ ਉਹਦੇ ਬਾਅਦ ਹੁਣ ਤੇਰੇ ਕੋਲ ਹੈ, ਤੇ ਤੇਰੇ ਕੋਲੋਂ ਇਹ ਧਨ ਦੌਲਤ ਸੰਪਰਦਾ ਜਿਹਦਾ ਤੂੰ ਮਾਨ ਕਰੀ ਬੈਠਾ ਹੈ ਇਹ ਰਹਿ ਜਾਵੇਗਾ। ਇਹ ਤੇਰੇ ਕੋਲ ਵੀ ਨਹੀਂ ਰਹਿਣਾ। ਅੱਜ ਤੇਰੇ ਭਰਾ ਕੋਲ ਨਹੀਂ ਰਿਹਾ, ਕੱਲ ਨੂੰ ਤੇਰੇ ਕੋਲ ਨਹੀਂ ਰਹਿਣਾ, ਗਾਂ ਤੇਰੀ ਔਲਾਦ ਦੇ ਕੋਲੋਂ ਨਹੀਂ ਰਹਿਣਾ। ਇਹ ਧਨ ਬਸ ਜਿਹੜਾ ਹੈ ਇਸ ਤਰ੍ਹਾਂ ਹੀ ਚੱਲਦਾ ਰਹਿਣਾ ਹੈ। ਪੱਕੀ ਮਾਲਕੀ ਇਹਦੇ ਉੱਤੇ ਕਿਸੇ ਦੀ ਵੀ ਜਿਹੜਾ ਹੈ ਹੱਕ ਉਹ ਨਹੀਂ ਹੈ। ਤਾਂ ਤੇ ਮੈਂ ਤੈਨੂੰ ਕਹਿੰਦਾ ਪਿਆ ਹੈ ਕਾਰੂ ਬਾਦਸ਼ਾਹ, ਜਿਹੜੇ ਹੁਣ ਤੂੰ ਇਹ ਮੈਨੂੰ ਬਚਨ ਕਹਿ ਰਿਹਾ ਨਾ, ਆਪਣੇ ਜੀਵਨ ਦੇ ਉੱਤੇ ਵੀ ਕਿਤੇ ਟਿਕਾ ਕੇ ਦੇਖ। ਤੈ ਜ਼ੁਲਮੀ ਕਰ ਦੇਸ਼ ਮੈਂ ਕੀਨ 45 ਗੰਜ। ਤੂੰ ਜ਼ੁਲਮ ਕਰ ਕਰਕੇ ਆਪਣੀ ਪ੍ਰਜਾ ਦੇ ਉੱਤੇ ਉਹਨਾਂ ਦੇ ਹੱਕ ਖੋ ਕੇ 45 ਗੰਜ ਧਨ ਜਿਹੜਾ ਜੋੜ ਲਿਆ ਹੈ। ਹੁਣ ਮੈਨੂੰ ਦੱਸ, ਜੇ ਇਹ ਠਿਕਰੀਆਂ ਮੇਰੇ ਨਾਲ ਨਹੀਂ ਜਾਣੀਆਂ, ਤੈਨੂੰ ਇਸ ਗੱਲ ਦਾ ਤੇ ਯਕੀਨ ਹੈ ਨਾ ਕਿ ਮਨੁੱਖ ਦੇ ਨਾਲ ਕੁਝ ਨਹੀਂ ਜਾਣਾ, ਤੇ ਮੈਂ ਠਿਕਰੀਆਂ ਇਕੱਠੀਆਂ ਕਰਦਾ ਪਿਆ ਸਾਂ। ਤੂੰ ਕਹਿੰਦਾ ਠਿਕਰੀਆਂ ਵੀ ਨਹੀਂ ਜਾਣੀਆਂ ਨਾਲ, ਤੇ ਹੁਣ ਤੂੰ ਜਿਹੜਾ 45 ਗੰਜ ਧਨ ਜੋੜ ਲਿਆ ਉਹ ਵੀ ਚੋਰੀਆਂ ਤੇ ਠੱਗੀਆਂ ਤੇ ਬੇਈਮਾਨੀਆਂ ਦੇ ਨਾਲ ਪਾਪਾਂ ਬਾਝੋਂ ਹੋਵੇ ਨਾ ਹੀ, ਮੋਇਆ ਸਾਥ ਨਾ ਜਾਈ। ਤੇ ਏਦਾਂ ਦਾ ਜੀਵਨ ਤੂੰ ਜਿਹੜਾ ਬਤੀਤ ਕਰ ਲਿਆ ਹੈ, ਮੈਨੂੰ ਦੱਸ ਤੇਰੇ ਨਾਲ ਇਹ ਧਨ ਅੱਗੇ ਜਾਵੇਗਾ? ਇਹ ਕੀਨ ਪਾਪ ਕੋ ਸੰਜ। ਇਹ ਸਾਰਾ ਇਕੱਠਾ ਕੀਤਾ ਹੋਇਆ ਧਨ ਜਿਹੜਾ ਹੈ ਨਾ ਪਿਆਰਿਆ, ਤੂੰ ਪਾਪ ਕਰ ਕਰਕੇ ਕਮਾਇਆ ਹੈ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਲੋਕਾਂ ਗਰੀਬੜਿਆਂ ਦੇ ਉੱਤੇ ਉਹਨਾਂ ਦੇ ਹੱਕ ਖੋ ਕੇ ਇਕੱਠਾ ਕੀਤਾ ਹੈ। ਜੋ ਭਈ ਤੇਰੋ ਬੜੋ ਭਰਾਤ ਜੋ ਭਇਆ। ਆਂਦੇ ਤੇਰਾ ਜਿਹੜਾ ਵੱਡਾ ਭਰਾ ਸੀ ਜਿਸ ਦਾ ਨਾਮ ਹਾਰੂ ਆਇਆ ਹੈ, 40 ਗੰਜ ਸੰਜ ਤਜ ਹੋਇਆ। ਉਹਨੇ ਵੀ 40 ਗੰਜ ਤੱਕ ਧਨ ਜੋੜਿਆ, ਪਰ ਅੰਤ ਨੂੰ ਧਨ ਇੱਥੇ ਛੱਡ ਕੇ ਮਰ ਗਿਆ ਸੀ। ਤਾਕੇ ਸੰਗ ਨ ਗਈ ਅਗਾਰੇ। ਮੈਨੂੰ ਦੱਸ, ਉਹਦੇ ਨਾਲ ਵੀ ਕੁਝ ਅੱਗੇ ਨਹੀਂ ਗਿਆ। ਦੇਹ ਤੇ ਤੈ ਸੰਚੇ ਅਤ ਭਾਰੀ। ਉਹ ਤਾਂ ਉਹਦੇ ਨਾਲੋਂ ਵੀ ਕਾਰੂ ਬਾਦਸ਼ਾਹ ਬੜਾ ਧਨ ਜਿਹੜਾ ਹੈ ਹੋਰ ਜੋੜ ਲਿਆ ਹੈ। ਮੇਰੇ ਸੰਗ ਕਿਉਂ ਕਰ ਜਾਵਹੇ। ਹੁਣ ਦੱਸ, ਹੁਣ ਇਹ ਧਨ ਇਕੱਠਾ ਕੀਤਾ ਤੇਰੇ ਸੰਗ ਵੀ ਕਿਸ ਤਰ੍ਹਾਂ ਜਾਵੇਗਾ? ਦੋਜਕ ਪਰਹੇ ਮਹਾ ਦੁਖ ਪਾਵਹੇ। ਮੈਂ ਤੈਨੂੰ ਸਪਸ਼ਟ ਰੂਪ ਦੇ ਵਿੱਚ ਇਹ ਕਾਰੂ ਬਾਦਸ਼ਾਹ ਇਹ ਕਹਿ ਦੇਣਾ ਚਾਹੁੰਦਾ ਹਾਂ ਕਿ ਇਸ ਤਰ੍ਹਾਂ ਪਾਪਾਂ ਦੇ ਨਾਲ ਕਮਾਇਆ ਹੋਇਆ ਧਨ ਜਿਹੜਾ ਹੈ ਮਨੁੱਖ ਨੂੰ ਜਿਹੜਾ ਹੈ ਦੋਜਕ ਦੇ ਵਿੱਚ ਜਿਹੜਾ ਪਾ ਦਿੰਦਾ ਹੈ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੈਨੂੰ ਨਰਕਾਂ ਦਾ ਭਾਗੀ ਬਣਨਾ ਪਵੇਗਾ। ਹੋਰ ਆਏ ਸਭ ਧਨ ਕੋ ਲਈ। ਤੇ ਹੋਰ ਵੀ ਕੋਈ ਧਨ ਜਿਹੜਾ ਇੱਥੇ ਇਕੱਠਾ ਕਰਦਾ ਹੈ, ਇਸ ਕਾਰਨ ਤੁਝ ਦੋਜਕ ਦੇ। ਤੇ ਤੈਨੂੰ ਤੇ ਫਿਰ ਜਿਹੜਾ ਹੈ ਉਹ ਦੋਜਕ ਭਾਵ ਨਰਕਾਂ ਦਾ ਹੀ ਵਾਸਾ ਮਿਲੇਗਾ। ਕੌਣ ਕਾਜ ਤੇਰੇ ਤਬ ਆਵਹੇ। ਹੁਣ ਦੱਸ, ਜਦੋਂ ਤੈਨੂੰ ਨਰਕਾਂ 'ਚ ਪਾ ਦਿੱਤਾ, ਉੱਥੇ ਤੇਰੇ ਕੋਈ ਕੰਮ ਆਵੇਗਾ? ਤੇਰੇ ਉੱਥੇ ਸੰਗੀ ਸਾਥੀ ਜਿਹੜਾ ਹੈ ਕੋਈ ਨਹੀਂ ਬਣਨਾ ਪਿਆਰਿਆ। ਅੱਗੋਂ ਦੇਖੇ ਪਿੱਛੋਂ ਦੇਖੇ ਤੁਝ ਤੇ ਕਹਾਂ ਛੁਪਾ ਹੈ।
ਬਾਣੀ ਨੇ ਬੇਅੰਤ ਫਰਮਾਨ ਦਿੱਤੇ ਨੇ ਗੁਰ ਕੀ ਸੰਗਤ ਜੀ ਕਿ ਉਸ ਮਾਲਕ ਦੇ ਦਰਗਾਹ ਦੇ ਅੰਦਰ ਇਸ ਜੀਵ ਦੇ ਕੋਲੋਂ ਪੁੱਛਿਆ ਜਾਵੇਗਾ, ਬਹੁ ਪ੍ਰਪੰਚ ਕਰ ਪਰ ਤਨ ਲਿਆਵੇ ਸੁਤ ਤਾਰਾ ਤੇ ਆਨ ਲੁਟਾਵੇ, ਮਨ ਮੇਰੇ ਭੂਲੇ ਕਪਟ ਨ ਕੀਜੈ, ਅੰਤ ਨਬੇਰਾ ਤੇਰੇ ਜੀ ਪਹਿਲੀਜੇ। ਅੰਤ ਨੂੰ ਤੇਰੀ ਜਿੰਦ ਕੋ ਪੁੱਛਿਆ ਜਾਣਾ ਹੈ, ਤੇਰੇ ਪਰਿਵਾਰ ਦੇ ਕਿਸੇ ਵੀ ਮੈਂਬਰ ਕੋਲੋਂ ਨਹੀਂ ਪੁੱਛਿਆ ਜਾਣਾ, ਕਿਉਂਕਿ ਲੇਖਾ ਤੇਰੇ ਕਰਮਾਂ ਦਾ ਤੈਨੂੰ ਹੀ ਦੇਣਾ ਪੈਣਾ ਹੈ। ਕਰਮੀ ਆਪੋ ਆਪਣੀ, ਇਹ ਤੈਨੂੰ ਹੀ ਜਿਹੜਾ ਹੈ ਉਹ ਲੇਖਾ ਦੇਣਾ ਪੈਣਾ ਹੈ। ਤੇ ਉਦੋਂ ਫਿਰ ਜਦੋਂ ਤੈਨੂੰ ਦੋਜਕ ਦੇ ਵਿੱਚ ਪਾ ਦਿੱਤਾ, ਨਰਕਾਂ ਦੇ ਵਿੱਚ ਪਾ ਦਿੱਤਾ, ਤੇ ਉੱਥੇ ਬੜਾ ਬਿਲ ਲਾਵੇਗਾ, ਉੱਥੇ ਚੀਕਾਂ ਤੇ ਕੁਰਲਾਟਾਂ ਜਿਹੜੀਆਂ ਛੱਡੇਗਾ। ਤੇ ਜਦੋਂ ਇਸ ਸਰੀਰ ਦੇ ਵਿੱਚੋਂ ਪ੍ਰਾਣ ਜਿਹੜੇ ਨੇ ਨਿਕਲਣਗੇ ਤੇ ਉਹ ਤੇਰਾ ਜਿਹੜਾ ਇਕੱਠਾ ਕੀਤਾ ਹੋਇਆ ਪਹਿਲਾ ਧਨ ਹੈ ਉਹ ਤੇ ਤੇਰੇ ਕੋਲ ਰਹਿਣਾ ਨਹੀਂ, ਉਹਦਾ ਮਾਲਕ ਜਿਹੜਾ ਹੈ ਕੋਈ ਹੋਰ ਬਣ ਜਾਣਾ ਹੈ, ਕਿਉਂਕਿ ਤੂੰ ਤੇ ਆਪਣਾ ਸਰੀਰ ਛੱਡ ਕੇ ਸੰਸਾਰ ਤੋਂ ਚਲਾ ਜਾਣਾ, ਜੋਤ ਕਿਤੇ ਹੋਰ ਚਲੇ ਜਾਣੀ, ਸਰੀਰ ਦਾ ਦਫਨ ਕਰ ਦੇਣਗੇ, ਸੰਸਕਾਰ ਕਰ ਦੇਣਗੇ ਆਦਿ। ਪਰ ਤੇਰਾ ਕਮਾਇਆ ਹੋਇਆ ਧਨ, ਆ ਕਿਲੇ ਮਹੱਲ ਕੋਠੀਆਂ ਆਦਿ, ਇਹ ਤੇਰੇ ਕਿੱਥੇ ਜਿਹੜੇ ਨੇ ਰਹਿ ਜਾਣਗੇ, ਇਹ ਤੇਰੇ ਕੋਲ ਨਹੀਂ ਰਹਿ ਜਾਣੇ, ਇਹਨਾਂ ਦਾ ਕੋਈ ਮਾਲਕ ਹੋਰ ਬਣ ਜਾਣਾ ਹੈ ਜੀ। ਜਦੋਂ ਤੈਨੂੰ ਫਿਰ ਦਫਨ ਕਰਨਗੇ ਭਾਗ, ਉਹ ਸਾਰਾ ਧਨ ਦੌਲਤ ਤੈਨੂੰ ਦਫਨ ਕਰਨ ਤੋਂ ਪਹਿਲਾਂ ਹੀ ਹੜਪ ਲੈਣਾ। ਕਿਸੇ ਨੇ ਆਪਣਾ ਜਿਹੜਾ ਹੈ ਨਾਮ ਉੱਤੇ ਰੱਖਣਾ ਵੀ ਇਹ ਮੇਰੀ ਜਾਇਦਾਦ ਹੈ, ਕਿਸੇ ਨੇ ਕਹਿਣਾ ਇਹ ਮੇਰੀ ਜਾਇਦਾਦ ਹੈ, ਬਾਅਦ ਚ ਤੈਨੂੰ ਸੋਚਣਗੇ ਕਿ ਇਹਨੂੰ ਦਫਨ ਕਿੱਥੇ ਕਰਨਾ ਹੈ। ਇਹ ਗੱਲਾਂ ਤੂੰ ਆਪਣੇ ਹਿਰਦੇ ਰੂਪੀ ਘਰ ਦੇ ਵਿੱਚ ਹੈ ਕਾਰੂ ਬਾਦਸ਼ਾਹ ਭਲੀ ਭਾਂਤ ਜਿਹੜੀਆਂ ਨੇ ਵਿਚਾਰਨਾ ਕਰ ਕਿ ਹੁਣ ਜੋ ਤੂੰ ਸੰਸਾਰ ਦੇ ਉੱਤੇ ਰਹਿ ਕੇ ਪਾਪ ਕਮਾ ਰਿਹਾ ਹੈ, ਇਹ ਚੰਗੇ ਨੇ ਜਾਂ ਮਾੜੇ ਕੰਮ ਹਨ। ਉਹਦਾ ਜੀਵਨ ਏਦਾਂ ਦਾ ਬਣਾਇਆ ਹੋਇਆ ਸੀ ਮਾਇਆ ਪਿੱਛੇ ਲੱਗ ਕੇ, ਜਿੱਥੇ ਜਿੱਥੇ ਵੀ ਤੂੰ ਜਿਹੜਾ ਹੈ ਉਹ ਚਾਂਦੀ ਦਾ ਰੁਪਈਆ ਦੇਖਦਾ ਸੀ, ਤੂੰ ਇੰਨਾ ਜ਼ੋਰ ਲਾ ਦਿੱਤਾ ਪੈਸਾ ਇਕੱਠਾ ਕਰਨ ਦੇ ਉੱਤੇ ਕਿ ਤੂੰ ਤੇ ਕਬਰਾਂ ਜਿਹੜੀਆਂ ਨੇ ਉਹ ਵੀ ਪੁਟਾ ਦਿੱਤੀਆਂ ਸੀ। ਪਾਪ ਕਰ ਕਰਕੇ ਤੂੰ ਜਿਹੜਾ ਹੈ ਨਾ ਇਹ 45 ਗੰਜ ਧਨ ਇਕੱਠਾ ਕੀਤਾ ਹੈ। ਇਹ ਸੰਜਿਆ ਹੋਇਆ ਇਕੱਠਾ ਕੀਤਾ ਹੋਇਆ ਧਨ ਤੇਰੇ ਨਾਲ ਅੰਤ ਨੂੰ ਨਹੀਂ ਜਾਣਾ। ਜੇ ਕਰ ਚਾਹਤ ਆਪਨ ਨੀਕਾ, ਹੁਣ ਮੇਰੀ ਗੱਲ ਸੁਣ। ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਜੇ ਤੂੰ ਚਾਹੁੰਦਾ ਹੈ ਕਿ ਤੇਰਾ ਭਲਾ ਹੋ ਜਾਵੇ, ਜਿਹੜਾ ਕਮਾਇਆ ਹੋਇਆ ਪਾਪਾਂ ਦਾ ਧਨ ਹੈ ਇਹਨਾਂ ਨੂੰ ਸਾਰੇ ਧਨ ਨੂੰ ਜਿਹੜਾ ਹੈ ਨਾ ਉਹ ਵਾਪਸ ਮੋੜ ਦੇ। ਮਾਨ ਬਚਨ ਜ਼ੁਲਮੀ ਪਰ ਹਰੀਏ, ਮਾਨ ਬਚਨ ਜ਼ੁਲਮੀ ਪਰ ਹਰੀਏ, ਮੇਰੇ ਬਚਨਾਂ ਨੂੰ ਮੰਨ ਐ ਰਾਜਨ ਤੇ ਆਪਣੇ ਜ਼ੁਲਮ ਕਰਨੇ ਜਿਹੜੇ ਨੇ ਪ੍ਰਜਾ ਦੇ ਉੱਤੇ ਬੰਦ ਕਰ ਦੇ। ਜੇ ਨਹ ਮਾਨੋ ਦੋਜਕ ਪਰੀਏ, ਪਰ ਨਾਲ ਗੱਲ ਇਹ ਵੀ ਹੈ ਉਹ ਕਹੇ ਨਾ ਤੁਹਾਡਾ ਕਿਹਾ ਸਿਰ ਮੱਥੇ, ਸਾਡਾ ਪਰਨਾਲਾ ਉੱਥੇ ਦਾ ਉੱਥੇ, ਕੋਈ ਗੱਲ ਠੀਕ ਹੈ ਜੀ ਕਰ ਲਵਾਂਗੇ, ਕੱਲ੍ਹ ਨੂੰ ਆ ਕਰਕੇ ਫਿਰ ਉਹੀ ਹਰਕਤਾਂ ਤੇ ਫਿਰ ਮਾੜੀ ਗੱਲ। ਇਹਦਾ ਮਤਲਬ ਬੰਦਾ ਸੁਧਰੇਗਾ ਨਹੀਂ। ਇੱਥੇ ਵੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਕਹਿੰਦੇ ਵੇ ਤੈਨੂੰ ਆਪਾਂ ਉਪਦੇਸ਼ ਬਖਸ਼ਿਆ, ਇਸ ਤਰ੍ਹਾਂ ਕਰ ਲੈ ਭਲਿਆ, ਜੇ ਨਹੀਂ ਨਾ ਕੀਤਾ ਤੂੰ ਹਜੇ ਵੀ ਆਪਣੇ ਬੁਰੇ ਕੰਮ ਪਾਪ ਕਰਨੇ, ਪਰਾਇਆ ਧਨ ਇਕੱਠਾ ਕਰਨਾ ਆਦਤ ਨਾ ਛੱਡਿਆ ਤੇ ਫਿਰ ਤੈਨੂੰ ਨਰਕਾਂ ਦਾ ਜਿਹੜਾ ਹੈ ਭਾਗੀ ਬਣਨਾ ਪਵੇਗਾ। ਤੇ ਉੱਥੇ ਪਤਾ ਕੀ ਹੋਣਾ ਹੈ, ਉਸ ਨਰਕਾਂ ਦੀ ਅੱਖ ਦੇ ਵਿੱਚ ਕਈ ਕੋਸ ਤੈਨੂੰ ਜਿਹੜਾ ਹੈ ਉਹ ਲੈ ਫਿਰਨਗੇ ਜਮਦੂਤ। ਜਮਦੂਤ ਫਿਰਾਹੇ, ਤੇ ਕਦੇ ਇੱਧਰ ਨੂੰ ਧੂਣਗੇ ਕਦੇ ਉੱਧਰ ਨੂੰ ਧੂਣਗੇ। ਜਮਦੂਤਾਂ ਨੇ ਤੇਰੀਆਂ ਜਿਹੜੀਆਂ ਨੇ ਨਾ ਇਸ ਤਰ੍ਹਾਂ ਹੀ ਜਿਹੜੀਆਂ ਨੇ ਉਹ ਕਹਿ ਲਈਏ ਕਿ ਕੁਰਲਾਟਾਂ ਘਲਾਉਣੀਆਂ ਹਨ ਜੀ। ਦਰਸ਼ਨ ਕਰ ਮਨ ਬਚਨ ਸੁਨ ਭਇਓ, ਪੂਰੀ ਕਰ
ਸੋਮ ਦਿਲ ਸੋਏ। ਦਰਸ਼ਨ ਕਰ ਪੁਨ ਬਚਨ ਸੁਨ ਭਇਓ ਮੋਮ ਦਿਲ ਸੋਏ। ਪਿਆਰ ਨਾਲ ਆਖੋ ਗੁਰ ਕੀ ਸੰਗਤ ਜੀ ਸਤਨਾਮ ਸ੍ਰੀ ਵਾਹਿਗੁਰੂ। ਹੁਣ ਜਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਇਹਨੂੰ ਇੰਨਾ ਉਪਦੇਸ਼ ਦਿੱਤਾ ਹੈ ਤੇ ਗੁਰੂ ਸਾਹਿਬ ਜੀ ਦੇ ਬਚਨ ਵੀ ਜਿੱਥੇ ਸੁਣ ਰਿਹਾ ਹੈ ਉੱਥੇ ਨਾਲ ਹੀ ਗੁਰੂ ਸਾਹਿਬ ਜੀ ਦੇ ਦਰਸ਼ਨ ਵੀ ਕਰ ਰਿਹਾ ਸੀ। ਆਂਦੇ ਦਰਸ਼ਨ ਕਰ ਪੁਨ ਬਚਨ ਸੁਣ। ਦਰਸ਼ਨ ਕਰਕੇ ਜਿਹੜੇ ਬਾਅਦ ਦੇ ਵਿੱਚ ਹੁਣ ਇਹ ਬਚਨ ਸੁਣੇ ਹਨ, ਭਇਓ ਮੋਮ ਦਿਲ ਸੋਏ। ਇਹਦਾ ਜਿਹੜਾ ਪੱਥਰ ਵਰਗਾ ਹਿਰਦਾ ਸੀ ਉਹ ਹੁਣ ਮੋਮ ਵਰਗਾ ਹੋ ਗਿਆ। ਸਤਨਾਮ ਅੰਦਰੋਂ ਹੁਣ ਹਿਰਦਾ ਜਿਹੜਾ ਹੈ ਤੀਜ ਗਿਆ ਹੈ ਜੀ। ਬੜਾ ਆਜ਼ਾਦ ਹੋ ਕਰਕੇ, ਬੜਾ ਦੀਨ ਤੇ ਆਤੁਰ ਹੋ ਕਰਕੇ ਦੋਨੋਂ ਹੱਥ ਜੁੜ ਗਏ ਇਹਦੇ ਕਾਬੂ ਬਾਦਸ਼ਾਹ ਦੇ ਅਤੇ ਇਸ ਤਰ੍ਹਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਬੇਨਤੀ ਕਰਨ ਲੱਗਾ ਹੈ। ਕਹਿਣ ਲੱਗਾ ਪਾਤਸ਼ਾਹ, ਹੇ ਫਕੀਰ ਸਾਧੂ, ਮੈਂ ਤੇਰੇ ਅੱਗੇ ਜੋਦੜੀ ਕਰਦਾ ਹਾਂ। ਦੇਖ ਜੋ ਬੀਤੀ ਪਛਤਾਤੀ। ਜਿਹੜਾ ਮੇਰਾ ਪਿਛਲਾ ਸਮਾਂ ਲੰਘ ਗਿਆ ਨਾ, ਮੈਨੂੰ ਉਹਦੇ ਉੱਤੇ ਜਿਹੜੇ ਲੰਘੇ ਹੋਏ ਸਮੇਂ ਦੇ ਉੱਤੇ ਹੁਣ ਪਛਤਾਤਾਪ। ਪਿਆਰ ਨਾਲ ਆਖੋ ਸਤਨਾਮ। ਮੈਨੂੰ ਆਪਣੇ ਕੀਤੇ ਕਰਮਾਂ ਦਾ ਹੁਣ ਖੁਲਾਸਾ ਹੋ ਗਿਆ ਕਿ ਮੈਂ ਸਾਰੀ ਜ਼ਿੰਦਗੀ ਜਿਹੜਾ ਹੈ ਪਾਪ ਵਿਹਾਰਦਾ ਰਿਹਾ। ਲੋਕਾਂ ਦਾ ਧਨ ਜਿਹੜਾ ਸੀ ਉਹ ਮੇਰਾ ਨਹੀਂ ਸੀ, ਉਹ ਪਰਾਇਆ ਸੀ। ਉਹ ਪਰਾਇਆ ਹੱਕ ਖਾ ਖਾ ਕੇ ਮੇਰੀ ਮੱਤ ਮਰ ਚੁੱਕੀ ਸੀ। ਹੁਣ ਮਨ ਪਤੀਜ ਗਿਆ ਤੇ ਆਪਣਾ ਪਛਤਾਪ ਜਿਹੜਾ ਹੈ ਗੁਰੂ ਜੀ ਦੇ ਸਾਹਮਣੇ ਕਬੂਲ ਕਰਦਾ ਪਿਆ। ਮੇਰੇ ਮਾਲਕ, ਜਿਹੜਾ ਸਮਾਂ ਲੰਘ ਗਿਆ ਉਹ ਲੰਘ ਗਿਆ, ਮੈਨੂੰ ਉੱਤੇ ਬੜਾ ਹੁਣ ਪਛਤਾਪ ਹੈ। ਆਪ ਉਪਦੇਸ਼ ਦੇਹੋ ਭਲ ਭਾਤੀ। ਹੁਣ ਇਸ ਤਰ੍ਹਾਂ ਕਰੋ, ਤੁਸੀਂ ਮੈਨੂੰ ਆਪਣਾ ਹੁਣ ਭਲਾ ਉਪਦੇਸ਼, ਜਿਹਦੇ ਨਾਲ ਮੇਰੀ ਕਲਿਆਣਤਾ ਹੋ ਜਾਵੇ, ਜਿਹਦੇ ਨਾਲ ਮੇਰਾ ਜੀਵਨ ਸੁਰਖਰੂ ਹੋ ਜਾਵੇ, ਇਹ ਕੀਤੇ ਹੋਏ ਪਾਪਾਂ ਤੋਂ ਮੇਰਾ ਛੁਟਕਾਰਾ ਹੋ ਜਾਵੇ, ਉਹ ਉਪਦੇਸ਼ ਮੈਨੂੰ ਦੇਣਾ ਕਰੋ ਜੀ। ਪੰਥ ਖੁਦਾਏ। ਤੇ ਜਿਸ ਤਰ੍ਹਾਂ ਮੇਰਾ ਨਿਹਚਾ ਜਿਹੜਾ ਹੈ ਰੱਬ ਦੇ ਮਾਰਗ ਦੇ ਉੱਤੇ ਬਣ ਆਵੇ, ਉਹ ਵਿਧੀ ਤੇ ਉਹ ਤਰੀਕਾ ਮੈਨੂੰ ਮੇਰੇ ਮਾਲਕ ਫਕੀਰ ਜੀ ਦੱਸ ਦਵੋ। ਮੇਰੇ ਮਨ ਦੇ ਵਿੱਚ ਹਮੇਸ਼ਾ ਹੀ ਈਰਖਾ ਰਹਿੰਦੀ ਸੀ। ਇਸ ਕਰਕੇ ਇਸ ਈਰਖਾ ਦੀ ਅੱਗ ਦੇ ਵਿੱਚ ਹਮੇਸ਼ਾ ਹੀ ਮੇਰਾ ਮਨ ਧਨ ਦੌਲਤ ਵੱਲ ਜੁੜਿਆ ਰਹਿੰਦਾ ਸੀ। ਕਿਸੇ ਵੀ ਤਰੀਕੇ ਦੇ ਨਾਲ ਮਾਇਆ ਦਾ ਲੋਭ ਮੇਰੇ ਹਿਰਦੇ ਵਿੱਚੋਂ ਜਿਹੜਾ ਸੀ ਉਹ ਦੂਰ ਨਹੀਂ ਸੀ ਹੁੰਦਾ। ਇਹ ਹੁਣ ਕਿਸ ਤਰ੍ਹਾਂ ਜਿਹੜੀ ਹੈ ਮੇਰੀ ਖੁਦਾ ਦੇ ਘਰ ਦੇ ਵਿੱਚ ਜਿਹੜੀ ਹੈ ਗੈਰ ਭਾਵ ਮੈਨੂੰ ਜਿਹੜਾ ਹੈ ਛੁਟਕਾਰਾ ਮਿਲੇਗਾ। ਕਿਰਪਾ ਧਾਰ ਅਬ ਰਹੋ ਉਚਾਰਾ। ਕਿਰਪਾ ਧਾਰ ਅਬ ਕਰੋ ਉਚਾਰਾ। हे ਕਿਰਪਾ ਦੇ ਸਾਗਰ ਧੰਨ ਗੁਰੂ ਨਾਨਕ ਸਾਹਿਬ ਜੀ ਕਰੋ ਕਿਰਪਾ, ਹੁਣ ਮੇਰਾ ਤੁਸੀਂ ਉਧਾਰ ਕਰਨਾ ਕਰੋ। ਨਾਸਹਿ ਮਨ ਕੇ ਸਰਬ ਵਿਕਾਰਾ। ਕਿ ਮੇਰੇ ਮਨ ਦੇ ਸਾਰੇ ਵਿਕਾਰ ਜਿਹੜੇ ਨੇ ਦੂਰ ਹੋ ਜਾਵਨ। ਸੁਨ ਸ਼੍ਰੀ ਨਾਨਕ ਗਿਰਾ ਉਚਾਰੀ। ਉਦੋਂ ਫਿਰ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਦੇ ਬਚਨ ਸੁਣ ਕੇ ਨਾ ਗੁਰ ਕੀ ਸੰਗਤ ਜੀ ਇਹ ਬਚਨ ਕਹਿਣੇ ਕੀਤੇ ਹਨ ਜੀ। ਦੇਨ ਨਸੀਹਤ ਸਭ ਸੁਖਕਾਰੀ। ਦੇਨ ਨਸੀਹਤ ਸਭ ਸੁਖਕਾਰੀ। ਹੁਣ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਇਹਨੂੰ ਨਸੀਹਤਨਾਮਾ ਜਿਹੜੇ ਨੇ ਉਹ ਦੇ ਰਹੇ ਨੇ। ਨਸੀਹਤਨਾਮਾ ਕੀ ਹੈ, ਉਹਦੇ ਵਿੱਚ ਕੀ ਵੰਨਗੀ ਹੈ, ਕਿਹੜੀਆਂ ਕਿਹੜੀਆਂ ਗੱਲਾਂ ਇਹਨੂੰ ਨਸੀਹਤ ਕਰਾਈਆਂ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ, ਉਹ ਕੱਲ੍ਹ ਦੇ ਦੀਵਾਨ ਵਿੱਚ ਆਪ ਦੀ ਸਰਵਨ